ਆਈਵੀ ਹਸਪੀਟਲ ਜੋ ਕਿ ਸੈਕਟਰ 71 ਮੁਹਾਲੀ ਵਿਖੇ ਸਥਿਤ ਹੈ। ਆਈਵੀ ਹਸਪੀਟਲ ਇੱਕ ਇਹੋ ਜਿਹੀ ਚੇਨ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਵੀ ਆਈਵੀ ਹਸਪੀਟਲ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਦੇ ਰਿਹਾ ਹੈ। ਬੀਤੇ ਦਿਨੀ ਸਾਡੀ ਪੰਜਾਬ ਪੁਲਿਸ ਦੀ ਟੀਮ ਨੇ ਆਈਵੀ ਹਸਪੀਟਲ ਮੁਹਾਲੀ ਦਾ ਵਿਸ਼ੇਸ਼ ਦੌਰਾ ਕੀਤਾ ਅਤੇ ਕਾਰਡੀਓਵੈਸਕੂਲਰ ਡਾਇਰੈਕਟਰ ਡਾਕਟਰ ਹਰਿੰਦਰ ਸਿੰਘ ਬੇਦੀ ਜੀ, ਡਾਕਟਰ ਜੀਆਰ ਵਰਮਾ ਗੈਸਟਰੋ ਇੰਟੈਂਸਿਵ ਸਰਜਨ ਅਤੇ ਡਾਕਟਰ ਕਮਲਦੀਪ ਮੈਡੀਕਲ ਡਾਇਰੈਕਟਰ ਆਈਵੀ ਗਰੁੱਪ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਪੇਸ਼ ਹੈ ਪੰਜਾਬ ਪੁਲਿਸ ਦੀ ਟੀਮ ਵੱਲੋਂ ਇੱਕ ਰਿਪੋਰਟ। और गल कर जा रहे हैं हिंदुस्तान के रिनोड हार्ट सर्जन डॉक्टर बेदी जी के नाल जिन्होंने हज़ारों की गिनती के उन्होंने लोगों को जिहड़े जिंदगी तो हथ धोने वाली सी उन्होंने एक नवी जिंदगी दी है और हमेशा नई नई टेक्निक्स लैके हिंदुस्तान के पंजाब के आते हैं। डॉक्टर साहब स्वागत है साडे बहुत बहुत सत श्री अकाल जी। बहुत खुशी हुई तुहाडे नाल मिल के ते तुहाडे थ्रू मीडियम के थ्रू तुहाडे दर्शकों नाल गल करके ते प्रोबेबली तुसी जानना चाहोगे कि नई आपां एक चीज़ की है जस्ट एक दो हफ्ते ही हुए हैं एंड जान के तुहानूं बहुत खुशी होएगी। पंजाब की बहुत ही प्राइड की गल है कि ये पहली बारी होया। पहली बारी तो अच्छा पहली बारी मोहाली च नहीं पहली बारी चंडीगढ़ च नहीं पंजाब च नहीं ये पहली बारी वर्ल्ड में होया जिहड़ा असीं अज उहदे बारे गल करांगे। सो पहली बारी इंडिया च नहीं पहली बारी दुनिया च होया। सो ये बेसिकली एक पेशेंट है साडे ग्रंथी साहब ने गुरुद्वारे दे उन्होंने पैर के पिछे की नाड़ी होंगी है ऑपरेटिव आर्टरी वो फट गई। ਹੁਣ ਉਹਦੇ ਕਾਰਨ ਕਈ ਹੁੰਦੇ ਆ ਕਿ ਉਹ ਫਟੇ ਨਾਰਮਲੀ ਤਾਂ ਨਹੀਂ ਫਟਣੀ ਚਾਹੀਦੀ ਨਾ ਤੇ ਉਹਦੇ ਕਾਰਨ ਪੈਰ ਇੰਨਾ ਸੁੱਜ ਗਿਆ ਉਹਨਾਂ ਦਾ ਕਰੀਬ 2 ਲੀਟਰ ਬਲੱਡ ਪੈਰ ਦੇ ਅੰਦਰ ਪੱਟ ਦੇ ਅੰਦਰ ਜੰਮ ਗਿਆ ਤੇ ਉਹਦਾ ਪੈਰ ਵੀ ਕਾਲਾ ਪੈ ਰਿਹਾ ਸੀ ਤੇ ਉਹਦਾ ਕੰਡੀਸ਼ਨ ਓਵਰਆਲ ਕੰਡੀਸ਼ਨ ਅੱਛੀ ਨਹੀਂ ਸੀ ਮਰੀਜ਼ ਦੀ। ਅੰਬਾਲੇ ਤੋਂ ਜਦ ਪਹੁੰਚਿਆ ਤੇ ਉਹਦਾ ਹੀਮੋਗਲੋਬਿਨ 4 ਸੀਗਾ। ਇਹਦਾ ਨਾਰਮਲੀ ਹੁੰਦਾ ਹੈ ਵੱਡਾ ਆਪਰੇਸ਼ਨ। ਹੁਣ ਉਹ ਵੱਡੇ ਆਪਰੇਸ਼ਨ ਦੇ ਲਾਇਕ ਸੀਗੇ ਨੇ ਫਰੈਂਕਲੀ ਤੇ ਫਿਰ ਤੁਹਾਡੇ ਕੋਲ ਦੂਜਾ ਆਪਸ਼ਨ ਸੀਗਾ ਕਿ ਸਪਰਿੰਗ ਨਾਲ ਅੰਦਰ ਜਿੱਥੇ ਫਟੀ ਹੈ ਨਾੜੀ ਜਿਸ ਤਰ੍ਹਾਂ ਨਾੜੀ ਹੈ ਫਟ ਗਈ ਹੈ ਤੇ ਉਹਦੇ ਅੰਦਰੋਂ ਅਸੀਂ ਸਪਰਿੰਗ ਪਾਉਣ ਦਾ ਸਾਡੇ ਕੋਲ ਚਾਂਸ ਸੀਗਾ। ਇਹ ਦੁਨੀਆ 'ਚ ਇਸ ਵਾਲੇ ਸਪਰਿੰਗ ਜਿਹੜਾ ਇਹਨੂੰ ਕੋਵੇਰਾ ਪਲੱਸ ਕਵਰਡ ਸਟੈਂਟ ਕਹਿੰਦੇ ਇਹ ਹਾਲੇ ਤੱਕ ਦੁਨੀਆ 'ਚ ਕਿਸੇ ਨੇ ਵੀ ਕੀਤਾ ਨਹੀਂ ਸੀਗਾ। ਆਲਦੋ ਇਹ ਸਟੈਂਟ ਸਪੈਸੀਫਿਕਲੀ ਇਸ ਜਗ੍ਹਾ ਦੀ ਹੈ। ਹੁਣ ਗੋਡੇ ਦੀ ਕੀ ਖਾਸੀਅਤ ਹੈਗੀ ਗੋਡੇ ਨੇ ਮੁੜਨਾ ਹੈ ਸਿੱਧਾ ਹੋਣਾ ਹੈ ਮੁੜਨਾ ਹੈ ਤੇ ਉੱਥੇ ਜੋ ਵੀ ਸਪਰਿੰਗ ਪਾਵਾਂਗੇ ਉਹ ਟੁੱਟਣ ਦੇ ਚਾਂਸ ਹੁੰਦੇ ਨੇ। सो ये हुणे दुनिया च नया स्प्रिंग आया है उन्होंने कहा जी ये स्पेशली गोडे लिए बहुत अच्छा है क्योंकि गोडे ने चलना है बंद होना है सीधा होना है तो स्प्रिंग जो है बार बार सीधा होएगा बंद होएगा टूट जाएगा। ये वाला स्प्रिंग की खासियत हैगी कि ये चांसिस टुटन के सब तो घट ने ना दे बराबर ने। सो ये असीं की कीता ये मशीन ये होंदी है वो ये पेशेंट के अंदर जाती है। सो इत्थों असीं पेशेंट के अंदर पाया इत्थे पहुँच गए ਇੱਥੇ ਇਹ ਆਪਣਾ ਗੋਡੇ ਨੀ ਜੁਆਇੰਟ ਦੇ ਪਿੱਛੇ ਇੱਥੇ ਅਸੀਂ ਸਪਰਿੰਗ ਨੂੰ ਇਹਦਾ ਬੜਾ ਡੈਲੀਕੇਟ ਆਪਰੇਸ਼ਨ ਹੁੰਦਾ ਕਿ ਜੇ ਥੋੜਾ ਸਪਰਿੰਗ ਉੱਤੇ ਹੋ ਗਿਆ ਜਾਂ ਥੱਲੇ ਹੋ ਗਿਆ ਤੇ ਨਾੜੀ ਨੂੰ ਬੰਦ ਕਰ ਸਕਦਾ ਹੈ।
ਤੇ ਉਹਨੂੰ ਸਪੈਸ਼ਲੀ ਅਸੀਂ ਸਾਡੀ ਕੈਥ ਲੈਬ ਹੈਗੀ ਐਂਡ ਕੈਥ ਲੈਬ ਦੇ ਅੰਡਰ 1-1 ਮਿਲੀਮੀਟਰ ਦੇ ਐਕੂਰੇਸੀ ਹੁੰਦੀ ਹੈ। ਸੋ ਅਸੀਂ ਇੱਥੇ ਪਾ ਕੇ ਡਬਲ ਚੈੱਕ ਕੀਤਾ ਉਹਨੂੰ, ਫਿਰ ਇਹਨੂੰ ਖੁਲਾਤਾ। ਸੋ ਸਪਰਿੰਗ ਇੱਥੇ ਖੁੱਲ ਗਈ ਤੇ ਜਿਹੜਾ ਫਟਿਆ ਹੋਇਆ ਸੀ ਨਾੜੀ ਉਹ ਬੰਦ ਹੋ ਗਈ, ਉਹ ਅੰਦਰੋਂ ਬੰਦ ਹੋ ਗਈ। ਫਲੋ ਚੱਲ ਰਿਹਾ ਪਰ ਉਹ ਜਿਹੜਾ ਅੰਦਰ ਪਟ ਗਿਆ ਸੀਗਾ ਉਹ ਪੂਰੀ ਇਹਨੇ ਕਵਰ ਕਰ ਲਿਆ। ਸੋ ਇਹਨੂੰ ਫਿਰ ਅਸੀਂ ਇਹ ਕਨਫਰਮ ਕੀਤਾ, ਹੋਰ ਬੰਦਿਆਂ ਨੂੰ ਪੁੱਛਿਆ, ਕਹਿੰਦੇ ਜੀ ਇਹ ਦੁਨੀਆ 'ਚ ਇਸ ਬਿਮਾਰੀ ਲਈ ਇਹ ਸਪਰਿੰਗ ਆਲਦੋ ਇਟ ਇਜ਼ ਬੈਸਟ ਫॉर ਦਿਸ ਬਟ ਹਾਲੇ ਤੱਕ ਯੂਜ਼ ਨਹੀਂ ਹੋਇਆ, ਕਿਉਂਕਿ ਕਿਸੇ ਦੇ ਪੇਸ਼ੈਂਟ ਨਹੀਂ ਆਇਆ, ਕਿਸੇ ਦੇ ਦਿਮਾਗ 'ਚ ਨਹੀਂ ਆਇਆ, ਜੋ ਵੀ ਕਹਿ ਲਓ। ਸੋ ਐਂਡ ਪੇਸ਼ੈਂਟ ਸਾਡਾ ਬਿਲਕੁਲ ਠੀਕ ਹੋ ਗਿਆ, ਚੱਲਦਾ ਫਿਰਦਾ ਹੈ। ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਐਜ਼ ਪੰਜਾਬੀ ਬੜਾ ਪ੍ਰਾਈਡ ਹੁੰਦਾ ਹੈ, ਬੜਾ ਫਖਰ ਹੈ ਕਿ ਜਿਹੜਾ ਇਹ ਪ੍ਰੋਸੀਜਰ ਹੋਇਆ ਪਹਿਲੀ ਵਾਰੀ ਦੁਨੀਆ 'ਚ ਉਹ ਪੰਜਾਬ 'ਚ ਹੋਇਆ। ਐਂਡ ਇਹ ਲੇਟੈਸਟ ਟੈਕਨੋਲੋਜੀ ਹੈ। ਅੱਛੀ ਗੱਲ ਅੱਜ ਕੱਲ੍ਹ ਇਹ ਹੈਗੀ ਕਿ ਜੋ ਵੀ ਟੈਕਨੋਲੋਜੀ ਲੇਟੈਸਟ ਹੈਗੀ ਅਮਰੀਕਾ 'ਚ ਹੋਏ, UK 'ਚ ਹੋਏ, ਲੰਡਨ 'ਚ ਹੋਏ, ਉਹ ਇਮੀਡੀਏਟਲੀ ਇੰਡੀਆ 'ਚ ਆ ਜਾਂਦੀ ਹੈ। ਸੋ ਇਹਦੇ ਕਾਰਨ ਅਸੀਂ ਬੈਸਟ ਇਲਾਜ ਮਰੀਜ਼ ਨੂੰ ਸਾਡੇ ਪੰਜਾਬ ਦੇ ਨਾਰਥ ਇੰਡੀਆ ਦੇ ਪੇਸ਼ੈਂਟ ਨੂੰ ਦੇ ਸਕਦੇ ਹਾਂ। ਡਾਕਟਰ ਚਾਹੇ ਆਪਾਂ ਓਪਨ ਸਰਜਰੀ ਦੀ ਗੱਲ ਕਰ ਲਈਏ, ਬਹੁਤ ਦੇਰ ਤੁਸੀਂ ਓਪਨ ਸਰਜਰੀ ਕੀਤੀਆਂ, ਉਸ ਤੋਂ ਬਾਅਦ ਦੇ ਵਿੱਚ ਲੈਪਰੋਸਕੋਪਿਕਲੀ ਜਿਹੜੀਆਂ ਸਰਜਰੀਆਂ ਨੇ ਜਾਂ ਰੋਬੋਟਿਕ ਸਰਜਰੀਜ਼ ਹੁਣ ਫਿਰ ਤੁਸੀਂ ਨਈ ਜਿਹੜੀ ਹੈਗੀ ਆਪਣੀ ਟੈਕਨੀਕ ਲੈ ਕੇ ਆਏ ਹੋ। ਕੀ ਕਹਿਣਾ ਚਾਹੋਗੇ ਕਿ ਹਮੇਸ਼ਾ ਜਿਹੜੀ ਹੈਗੀ ਆ ਕੋਈ ਨਾ ਕੋਈ ਐਕਸਪੈਰੀਮੈਂਟ, ਕੋਈ ਨਾ ਕੋਈ ਨਵੀਂ ਚੀਜ਼ਾਂ ਜਿਹੜੀਆਂ ਵਰਲਡ ਲੈਵਲ ਦੀਆਂ ਹੁੰਦੀਆਂ ਕਿ ਤੁਸੀਂ ਪੰਜਾਬ ਤੱਕ ਹੀ ਸੀਮਿਤ ਨਹੀਂ ਹੁੰਦੇ, ਸਾਰਾ ਮੁੱਲ ਇਹ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਈ ਨਈ ਚੀਜ਼ ਦੁਨੀਆ ਨੂੰ ਦਿੰਦੀ। ਦੇਖੋ ਇਹ ਟੈਕਨੋਲੋਜੀ ਸਾਡੇ ਹਿਊਮਨ ਕਾਈਂਡ ਦੀ ਬੈਟਰਮੈਂਟ ਹੈਗੀ, ਉਹਦੇ ਫਾਇਦੇ ਵੀ ਹੈਗੀ ਐਂਡ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਟੈਕਨੋਲੋਜੀ ਨੂੰ ਮਾਸਟਰ ਕਰੀਏ, ਕਿ ਜੋ ਟੈਕਨੋਲੋਜੀ ਆਲਰੇਡੀ ਹੈਗੀ, ਜੋ ਕਿਸੇ ਨੇ ਬਣਾਈ ਹੈ, ਉਹਨੂੰ ਮਾਸਟਰ ਕਰੀਏ ਜਾਂ ਉਹਨੂੰ ਇੰਪਰੂਵ ਵੀ ਕਰੀਏ। ਜਿਸ ਤਰ੍ਹਾਂ ਤੁਹਾਨੂੰ ਪਤਾ ਬੀਟਿੰਗ ਹਾਰਟ ਸਰਜਰੀ ਵੀ ਅਸੀਂ ਸ਼ੁਰੂ ਕੀਤੀ ਸੀ 20 ਸਾਲ ਪਹਿਲੇ 2000 'ਚ, ਇਹ ਵੀ ਪੰਜਾਬ 'ਚ ਹੋਈ ਸੀ। ਸੋ ਵੀ ਹੈਵ ਟੂ ਕੰਟੀਨਿਊਸਲੀ ਇੰਪਰੂਵਮੈਂਟ, ਕੰਟੀਨਿਊਸਲੀ ਬਿਹਤਰੀ ਲਈ। ਟੈਕਨੋਲੋਜੀ ਦਾ ਫਾਇਦਾ ਇਹ ਹੈ ਕਿ ਪੇਸ਼ੈਂਟ ਨੂੰ, ਮਰੀਜ਼ ਨੂੰ ਕੱਟ ਬਿਲਕੁਲ ਵੀ ਨਹੀਂ ਲੱਗਿਆ, ਠੀਕ ਹੈ ਨਾ। ਆਲਦੋ ਮੇਰੀ ਮਾਸਟਰੀ ਹੈ ਓਪਨ ਸਰਜਰੀ ਦੀ, ਬਟ ਹੁਣ ਮੈਂ ਦੂਜੀ ਸਰਜਰੀ ਦਾ ਵੀ ਮਾਹਿਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਦਿਸ ਇਜ਼ ਦਾ ਐਡਵਾਂਟੇਜ, ਇਹ ਫਾਇਦਾ ਹੈ ਸਾਨੂੰ ਕਿ ਬਈ ਸਾਡੇ ਪੇਸ਼ੈਂਟ ਇਮੀਡੀਏਟਲੀ ਘਰ ਵੀ ਜਾ ਸਕਦਾ ਹੈ ਦੂਜੇ ਦਿਨ, ਅਦਰਵਾਈਜ਼ 7 ਦਿਨ ਰਹਿਣਾ ਪੈਂਦਾ ਉਹਨੂੰ, ਤੇ ਇਮੀਡੀਏਟਲੀ ਉਹ ਚੱਲ ਫਿਰ ਵੀ ਸਕਦਾ ਹੈ। ਇਹ ਸਿਰਫ ਨਾੜੀਆਂ ਦਾ ਨਹੀਂ, ਹਾਰਟ 'ਚ ਵੀ ਹੈਗਾ, ਵੈਲ 'ਚ ਵੀ ਹੈਗਾ ਐਂਡ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਆਪ ਨੂੰ ਇੰਪਰੂਵ ਕਰਨ ਲਈ, ਇਹ ਨਈ ਚੀਜ਼ਾਂ ਨੂੰ ਸਿੱਖਣ ਲਈ, ਸੋ ਦੈਟ ਅਸੀਂ ਆਪਣੇ ਪੇਸ਼ੈਂਟਸ ਦਾ ਫਾਇਦਾ ਕਰ ਸਕੀਏ। ਤਾਂ ਸਭ ਤੋਂ ਵੱਡੀ ਗੱਲ ਸੁਣਨ ਤੇ ਸੁਹਾਗੇ ਵਾਲੀ ਕਿ ਇਹ ਇੱਕ ਐਸਾ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਵੀ ਜਿੱਥੇ ਕੇਵਲ ਹਾਰਟ ਦਾ ਹੀ ਨਹੀਂ, ਉੱਥੇ ਹਰੇਕ ਚੀਜ਼ ਦੀ, ਚਾਹੇ ਆਪਾਂ ਨਿਊਰੋ ਦੀ ਗੱਲ ਕਰ ਲਈਏ, ਆਰਥੋ ਦੀ ਗੱਲ ਕਰ ਲਈਏ, ਹਰੇਕ ਚੀਜ਼ ਜਿਹੜੀ ਹੈ ਸੰਬੰਧਿਤ ਹੈ ਹਾਰਟ ਦੇ ਨਾਲ। ਔਰ ਤੁਸੀਂ ਇੱਥੇ ਹਾਰਟ ਦੇ ਸਰਜਨ ਇੱਥੇ ਆ ਗਏ, ਕੀ ਕਹਿਣਾ ਚਾਹੋਗੇ ਕਿ ਸੁਣਨ ਦਾ ਸੁਹਾਗਾ ਹੋ ਗਿਆ ਹਸਪੀਟਲ 'ਚ? ਨਹੀਂ ਦੇਖੋ, ਹਸਪੀਟਲ ਤੇ ਆਲਰੇਡੀ ਚੱਲਦਾ ਪਿਆ ਹੈ ਐਂਡ ਪਰ ਇਹ ਜ਼ਰੂਰ ਹੈ ਕਿ ਸਾਡੀ ਹੁਣ ਜਿਹੜੀ ਹਾਰਟ, ਇੱਕ ਟੀਮ ਵਰਕ ਹੁੰਦਾ ਹੈ। ਹੁਣ ਸਾਡੀ ਜਿਹੜੀ ਹਾਰਟ ਟੀਮ ਹੈ ਮੇਰੇ ਹਿਸਾਬ ਨਾਲ ਇਹ ਪ੍ਰੋਬੇਬਲੀ ਪੰਜਾਬ ਦੀ ਐਟਲੀਸਟ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਸਭ ਤੋਂ ਐਕਸਪੀਰੀਅੰਸਡ, ਸਭ ਤੋਂ ਪੇਸ਼ੈਂਟ ਲਈ ਐਕਸਪੀਰੀਅੰਸ ਵੀ ਹੈਗਾ ਤੇ ਕੰਪੈਸ਼ਨ ਵੀ ਹੈਗਾ। ਮੈਂ ਦੇਖਿਆ ਕਿ ਜਿਹੜੇ ਐਂਡ ਕਈ ਬੰਦੇ ਜਿਹੜੇ ਮੇਰੇ ਨਾਲ ਜੁੜੇ ਨੇ, ਇਹ ਮੇਰੇ ਨਾਲ 25 ਸਾਲ ਤੋਂ ਹੈਗੇ, 30 ਸਾਲ ਤੋਂ ਵੀ ਹੈਗੇ ਕੁਝ, ਤੇ ਆਲਰੇਡੀ ਜਿਹੜੇ ਕੁਝ ਇੱਥੇ ਸੀਗੇ ਉਹ ਵੀ ਮੇਰੇ ਨਾਲ ਜੁੜ ਗਏ ਨੇ। ਤੇ ਸਾਡਾ ਟੀਮ ਕਨਸੈਪਟ ਦਾ ਮਕਸਦ ਹੈਗਾ, ਮਕਸਦ ਇਹਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਪੇਸ਼ੈਂਟ ਆਇਆ ਤੇ ਉਹਨੂੰ ਸਿਰਫ ਮੈਂ ਨਹੀਂ ਦੇਖਾਂਗਾ, ਮੇਰੇ ਨਾਲ ਕਾਰਡੀਓਲੋਜਿਸਟ ਹੈ, ਉਹ ਵੀ ਦੇਖੇਗਾ, ਉਹਦਾ ਓਪੀਨੀਅਨ ਕੀ ਹੈ ਉਹ ਦੱਸੇਗਾ, ਮੇਰਾ ਓਪੀਨੀਅਨ ਕੀ ਹੈ ਮੈਂ ਦੱਸਾਂਗਾ। ਫਿਰ ਅਸੀਂ ਡਿਸਕਸ ਕਰਾਂਗੇ ਮਰੀਜ਼ ਦੇ ਨਾਲ ਕਿ ਬਈ ਇਹ 2 ਆਪਸ਼ਨ ਹੈ ਜਾਂ ਇਸ ਬਿਮਾਰੀ ਦਾ ਇਹ ਆਪਸ਼ਨ ਹੈ, ਤੇ ਤੁਸੀਂ ਦੱਸੋ, ਤੁਸੀਂ ਇਹ ਜਿਹੜੀ ਅਗਰੀ ਹੋ, ਇਹਦਾ ਇਹ ਪਲੱਸ ਪੁਆਇੰਟ ਹੈ, ਇਹਦਾ ਇਹ ਫਾਇਦਾ ਹੈ, ਇਹਦਾ ਇਹ ਨੁਕਸਾਨ ਹੈ। ਤੇ ਪੇਸ਼ੈਂਟ ਨਾਲ ਤੇ ਡਾਕਟਰ ਨਾਲ ਤੇ ਫੈਮਿਲੀ ਨਾਲ ਅਸੀਂ ਡਿਸਕਸ਼ਨ ਦੇ ਬਾਅਦ ਫਿਰ ਉਹ ਜਿਹੜਾ ਪੇਸ਼ੈਂਟ ਲਈ ਜਿਹੜਾ ਬੈਸਟ ਤਰੀਕਾ ਹੈ ਤੇ ਪੇਸ਼ੈਂਟ ਨੂੰ ਮਨਜ਼ੂਰ ਹੈ, ਦੇਖੋ ਕਈ ਬੈਸਟ ਹੁੰਦੇ ਆ ਪਰ ਪੇਸ਼ੈਂਟ ਨੂੰ ਮਨਜ਼ੂਰ ਨਹੀਂ ਹੁੰਦੇ, ਉਹ ਅਸੀਂ ਕਰਨ ਲਈ ਇੱਥੇ ਪੂਰੇ ਫੁੱਲੀ ਟ੍ਰੇਨਡ ਹੈਗੇ, ਪੂਰੇ ਸਕਿੱਲਸ ਹੈਗੇ ਸਾਡੇ ਕੋਲ, ਪੂਰੇ ਬੰਦੇ ਹੈਗੇ ਐਂਡ ਇਟ ਇਜ਼ ਸਾਰੇ ਫੁੱਲ ਟਾਈਮਰ ਹੈ। ਸੋ ਇਟ ਇਜ਼ 24/7 ਫੈਸਿਲਿਟੀ ਅਵੇਲੇਬਲ ਹੈ ਇੱਥੇ। ਦੱਸੋ ਤੁਸੀਂ ਮੰਨੀਏ ਕਿ ਜਿੱਦਾਂ ਅੱਜ ਤੋਂ 30 ਸਾਲ ਪਹਿਲਾਂ, 25 ਸਾਲ ਪਹਿਲਾਂ ਐਪੀਡੈਮਿਕ ਸੀਗਾ ਬਹੁਤ ਵੱਡਾ, ਜਦੋਂ ਹਾਰਟ ਦੀ ਵੀ ਗੱਲ ਹੋ ਜਾਂਦੀ ਸੀ ਤੇ ਸਾਰੇ ਟੱਬਰ ਸੋਗ ਪੈ ਜਾਂਦਾ ਸੀਗਾ। ਅੱਜ ਅਸੀਂ ਮੰਨੀਏ ਕਿ ਹਾਰਟ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ, ਜਦੋਂ ਉਹ ਚਾਹੇ ਅਕਿਊਟ ਵੀ ਹੋ ਜਾਣ ਤਾਂ ਵੀ ਮਤਲਬ ਸਰਵਾਈਵਲ ਦੇ ਚਾਂਸ ਆ ਜਿਹੜੇ ਇਸ ਨਈਆਂ ਸਰਜਰੀਜ਼ ਦੇ ਨਾਲ, ਇਸ ਨਈਆਂ ਟੈਕਨੀਕਸ ਦੇ ਨਾਲ ਕਾਫੀ ਜ਼ਿਆਦਾ ਵੱਧ ਗਏ। ਬਿਲਕੁਲ ਜੀ, ਪਰ ਇਹ ਵੀ ਗੱਲ ਹੈ ਕਿ ਹੁਣ ਬਿਮਾਰੀ ਵੀ ਵੱਧ ਗਈ ਹੈ। ਹੁਣ ਤੁਹਾਨੂੰ ਪਤਾ ਹੈ ਕਿ ਸ਼ੂਗਰ ਦੀ ਬਿਮਾਰੀ, ਡਾਇਬਟੀਜ਼, ਇੰਡੀਆ ਵਰਲਡ ਕੈਪੀਟਲ ਹੈ ਇਹਦਾ, ਐਂਡ ਡਾਇਬਟੀਜ਼ ਨਾਲ ਹਾਰਟ ਦੀ ਬਿਮਾਰੀ ਵਧੇਗੀ, ਕਿਡਨੀ ਦੀ ਬਿਮਾਰੀ ਵਧੇਗੀ।
ਸੋ ਸਾਨੂੰ ਸਿਰਫ ਮੈਂ ਇਲਾਜ ਕਰਦਾ ਪਰ ਮੈਨੂੰ ਇਹ ਹੈਗਾ ਕਿ ਸਿਰਫ ਅਸੀਂ ਇਲਾਜ ਨਹੀਂ ਕਰਨਾ, ਅਸੀਂ ਉਹਨੂੰ ਬਚਾਉਣਾ ਵੀ ਹੈ, ਪ੍ਰੀਵੈਂਸ਼ਨ ਵੀ ਕਰਨੀ ਹੈ। ਤਦੇ ਮੈਂ ਹੁਣ ਥੋੜ੍ਹੀ ਦੇਰ ਲਈ ਬੰਦ ਹੈ, ਅਸੀਂ ਇਹਦੇ ਕੈਂਪਸ ਵੀ ਲਗਾਉਂਦੇ ਹਾਂ। ਉੱਥੇ ਜਾ ਕੇ ਅਸੀਂ ਨਾਰਮਲ ਬੰਦਿਆਂ ਨੂੰ ਵੀ ਕਹਿੰਦੇ ਵੀ ਕਿਸ ਤਰ੍ਹਾਂ ਸਿਰਫ ਬਿਮਾਰੀ ਤੋਂ ਬਚਣਾ ਨਹੀਂ ਹੈ, ਸਿਰਫ ਆਪਣੀ ਪੋਜ਼ਿਟਿਵ ਹੈਲਥ ਕਰਨੀ ਹੈ। ਸਿਹਤ ਅੱਛੀ ਸਿਹਤ ਵੀ ਚਾਹੀਦੀ ਹੈ, ਇਹ ਨਹੀਂ ਕਿ ਸਿਰਫ ਬਿਮਾਰੀ ਨਹੀਂ ਚਾਹੀਦੀ। ਸੋ ਉਹਦੇ ਲਈ ਵੀ ਅਸੀਂ ਮੁਹਿੰਮ ਛਿੜਿਆ ਹੋਇਆ ਹੈ। 1-2 ਮਹੀਨੇ ਤੋਂ ਬੰਦ ਜ਼ਰੂਰ ਹੈਗਾ ਤੇ ਸਾਡਾ ਏਮ ਹੈ ਕਿ ਬਿਮਾਰੀ ਜਿੱਥੋਂ ਤੱਕ ਹੋ ਸਕੇ ਹੋਏ ਨਾ, ਬੰਦੇ ਦੀ ਇਮਿਊਨਿਟੀ ਵਧਾਈ ਜਾਏ। ਪਰ ਜੇ ਬਿਮਾਰੀ ਹੋ ਗਈ ਤੇ ਸਾਡੇ ਕੋਲ ਟੈਕਨੋਲੋਜੀ ਹੈ। दैट इज द मैसेज ये है कि टेक्नोलॉजी हैगी, पर जे तुसी बच सको तो दैट इज ऑलवेज बेटर। इन डॉक्टर्स के साथ बातचीत करने जा रहे हैं और बातचीत करने जा रहे हैं अब डॉक्टर वर्मा जी के साथ, जो पिछले लंबे समय से कैंसर की सर्जरियों के एक महारथी हैं और उन्होंने अपने 40 साल ज़िंदगी के PGI में दिए हैं और अभी आईवी हॉस्पिटल इन्होंने भी ज्वाइन किया है। डॉक्टर साहब का स्वागत है हमारे स्पेशल शो में। थैंक यू। डॉक्टर साहब, वो सर्जरीज जो आपने अपनी सारी ज़िंदगी में करी हैं और अभी आपने यहाँ आईवी में ज्वाइन किया है, ये भी एक मल्टी स्पेशलिटी हॉस्पिटल है जिसमें हर तरह की फैसिलिटी पेशेंट को मिलती है। क्या कहना चाहेंगे कि मॉडर्न क्लास जो है IT OTs हैं यहाँ पर और 1 नंबर का जो है हर तरह की मशीनरी यहाँ पर मौजूद है, क्या कहना चाहेंगे? या मैंने PGI से 40 साल की सर्विस के बाद मैं रिटायर होने के बाद मैंने ये हॉस्पिटल ज्वाइन किया, आईवी हॉस्पिटल मोहाली। और अभी मैंने कुछ सर्जरी यहाँ पर की हैं, जिनमें से एक लिवर के कैंसर की सर्जरी थी, एक गॉल ब्लैडर के कैंसर की सर्जरी थी। तो हमें ये महसूस हुआ कि इनका जो ऑपरेशन थिएटर है वो काफ़ी स्टेट ऑफ आर्ट है। इसमें सारी तरह की सुविधाएं, मिनिमली इन्वेजिव सर्जरी और कन्वेंशनल मेजर सर्जरीज़ के लिए सारी फैसिलिटीज़ इस हॉस्पिटल में हैं। डॉक्टर साहब, आपकी ज़िंदगी का लंबा तजर्बा है और आप कॉम्प्लिकेटेड से कॉम्प्लिकेटेड ऑपरेशंस करते हैं। क्या कहना चाहेंगे कि एक इंस्टीट्यूशन जिसमें हर तरह की फैसिलिटीज़ हो, जैसे हम देख सकते हैं कि आईवी हॉस्पिटल की हम बात करें तो यहाँ हार्ट की लेकर न्यूरो की हर तरह की जो है आपके साथ जो एसोसिएटेड चीज़ें हैं वो भी साथ में मौजूद रहती है। क्या ये भी एक सोने पे सुहागे वाली बात समझें? या आपने बहुत अच्छा सवाल पूछा है, क्योंकि जब भी हम कभी मेजर सर्जरी करते हैं तो हमेशा ये मान के चलते हैं कि पेशेंट का जो हार्ट है, लंग है, ब्रेन है और दूसरे बॉडी के सिस्टम दे तकरीबन ऑप्टिमम ही काम कर रहे होते हैं। इसके लिए हमें हमारे जो दूसरे स्पेशलिस्ट हैं, जैसे हार्ट स्पेशलिस्ट है और रेस्पिरेटरी मेडिसिन के जो स्पेशलिस्ट हैं, एनेस्थीसिया के हैं, कार्डियोलॉजी के हैं, तो हमारे जितनी सपोर्टिंग और इम्पॉर्टेंट ब्रांचेज हैं क्लिनिकल मेडिसिन की, उनका बैकअप होना बहुत ज़रूरी है। क्योंकि हर मेजर सर्जरी के लिए हमें हर अंग को अच्छी तरह से एग्जामिन करना पड़ता है और जब वो डिक्लेयर करते हैं कि हाँ ये पेशेंट सुरक्षित इस सर्जरी करवा सकता है, तभी हम वो मेजर सर्जरी करने का प्लान बनाते हैं। इसलिए चूँकि इस हॉस्पिटल में हमारे सारे जितने जो स्पेशलिस्ट हैं वो उनके होने की वजह से हमारे सर्जरी के सक्सेस होने के चांसेस काफ़ी बेहतर बन जाते हैं। डॉक्टर साहब का लंबा तजर्बा, आपने तो हज़ारों की गिनती में पेशेंट्स का जो है ट्रीटमेंट किया है और ऐसे किया है जैसे हम देख सकते हैं कि सरकारी हॉस्पिटल की तरह ही PGI में आपने अपनी सेवाएं दी है। और यहाँ पर भी अगर हम बात करें तो हर तरह की फैसिलिटी और हर तरह के जो भी गवर्नमेंट की स्कीमें हैं इस हॉस्पिटल में लागू हैं। और यहाँ पर भी आप अपना हाथ, जैसे मैडम कमल ने आपसे जब जिस दिन आपने ज्वाइन किया उसी दिन आपको बोल दिया कि जो आपने PGI में सेवा की है आप फ्री हैं, आपने वैसी सेवा करनी है और उसी तरह से दिल खोल कर और जैसे वहाँ पर आपने एक सेवा भाव लेकर काम किया वैसे करना है। हमें एक्चुअली इस हॉस्पिटल की सबसे जो बेहतर जो बात ये लगी, जो मैडम के हमारे डिस्कशन के बाद एक्चुअली उन्होंने हमें एक ऑप्शन दिया है कि दूसरे हमारे नॉर्मल पेशेंट्स के अलावा अगर मान लो कोई गरीब पेशेंट है और उसके पास इतना जो नॉर्मल जितना कि पैसे के चार्जेस अगर उसके पास नहीं है, तो उन्होंने हमको ये लिबर्टी दी है कि कुछ इस तरह के मरीज़ गरीब हैं उनको किसी CGHS के तहत या किसी और के तहत उनको कम पैसे में भी उनका इलाज किया जा सकता है। तो कोई भी मरीज़ हमारे पास अगर आता है तो पैसे की कमी की वजह से उसका इलाज ना हो, ऐसा नहीं हो सकता है।
तो ये हम कहेंगे कि मतलब इस हॉस्पिटल की और इस मैडम की काफ़ी ये फिलैंथ्रोपिक देन है कि अगर कोई मरीज़ों के पास अगर पूरी तरह से पैसा ना भी हो, फिर भी उसका सफल और आधुनिक मशीनों से इलाज किया जा सकता है। जैसा जो आपका माइंड सेटअप है कि मैंने सारे हिंदुस्तान में, सारे पंजाब में कैंसर सर्जरीज को एक नया रूप देना है, और उसी को लेकर आप ट्रेनिंग एज ए ट्रेनर भी आप काम करते हैं। जब भी कोई डॉक्टर, कोई यूनिट डॉक्टर, किसी और हॉस्पिटल का डॉक्टर आपसे कोई भी राय लेना चाहता है तो आप उनसे साथ बात करते हैं, उनके साथ डिस्कशन करते हैं, उसके बारे में क्या कहना चाहिए? देखिए, ऐसा है कि जो आजकल कैंसर सर्जरीज है, इसका एक आधुनिक तरीका ये भी अपनाया गया है कि किसी तरह से मिनिमली इन्वेजिव सर्जरी, लैप्रोस्कोपिक सर्जरी से भी इसका इलाज संभव है। इसलिए हमारी कोशिश ये रहेगी कि जिसमें जितने भी कैंसर के मरीज़ हैं, चाहे वो खाने की नली के हों या स्टमक के हों या गॉल ब्लैडर के हों या बड़ी आंत के हों, तो हमारी कोशिश ये रहेगी कि ज़्यादातर केसेस को हम लैप्रोस्कोपिक सर्जरी के द्वारा इनका इलाज कर सकें। और हमारे साथ एक और डॉक्टर भी हैं जो हमारे साथ काम करते हैं और नई नई तकनीकों का जो अभ्यास है उनको काफ़ी मिल रहा है। हमारे साथ एक डॉक्टर श्रीनाथ काम कर रहे हैं। दर्शकों, आप हमारे साथ बने रहिए और हमारा चैनल जो कि हमेशा मेडिकल साइंस को आगे ले जाने में उन डॉक्टर्स की जो अपनी सेवाएं दे रहे हैं उनको आगे ले जाता है और उनकी सेवाएं सारे वर्ल्ड में जो है टेलीकास्ट करता है। डॉक्टर साहब का बहुत बहुत धन्यवाद। थैंक यू। सर, पहले इतना ज़्यादा नहीं था, लेकिन आजकल इसके अकरेंस बहुत ज़्यादा बढ़ रहा है। क्या कारण है और इसके लक्षण क्या है? जी देखिए, जो पित्ते की थैली का कैंसर है वो ज़्यादातर उन लोगों में पाया गया है जिनके की पित्ते की थैली में पथरियाँ होती हैं, क्योंकि ये पथरियाँ ही कई सारे केसेस में कैंसर का कारण बनती हैं। और ये गॉल ब्लैडर कैंसर हमारे नॉर्थर्न इंडिया में कह लीजिए, चाहे यूपी, बिहार, हिमाचल, पंजाब में, इन स्टेट में इसकी जो इंसिडेंस है वो काफ़ी ज़्यादा है। तो इस तरह से ये इसका इलाज आजकल ये आधुनिक मशीनों के द्वारा संभव है। ऑपरेशन के अलावा आजकल काफ़ी कारगर हमारे पास कीमोथेरेपी आ गई, जिनकी वजह से इसका इलाज पहले की अपेक्षा अब बेहतर तरीके से किया जा सकता है। सर, क्या सिम्टम्स हैं? कैसे पता चलता है कि हमें गॉल ब्लैडर के कैंसर की तो और हम बढ़ रहे हैं? ये देखिए, गॉल ब्लैडर के कैंसर का जो लक्षण है, ज़्यादातर पेट में दर्द होना, आपके वज़न का कम होना, या कभी भूख कम लगना, कभी कभी आँखों में पीले आ जाना, या पेट के ऊपरी हिस्से में आपको लगने लगे कैसे जैसे कोई गुट्टिया सी हो गई है या जैसे लंप सा हो गया है। इस तरह से लक्षण एक गॉल ब्लैडर कैंसर के अक्सर पाए गए हैं। लेकिन कई सारे केसेस में गॉल ब्लैडर कैंसर के लक्षण जो हैं वो पथरी के जो लक्षण होते हैं तकरीबन मिलते जुलते हैं। इसीलिए कई सारे केसेस में ये पता नहीं चल पाता है कि आदमी को, जो मरीज़ को ये गॉल ब्लैडर के पथरी है या उसके साथ कैंसर भी है। इसलिए हम ये सलाह देंगे कि कभी भी, जब भी अगर आपको अल्ट्रासाउंड के द्वारा या किसी भी तरह पता चले कि आपको पित्ते की थैली में पथरी है, तो उसमें एक कैंसर होने की संभावना हो सकती है। इसलिए उन केसेस में जहाँ भी वो आपके जो गॉल ब्लैडर की वॉल है, दीवार अगर बहुत ज़्यादा मोटी हो गई है या उसमें आपका पथरी का साइज़ बहुत बड़ा है, चाहे 3 सेंटीमीटर से बड़ा है, या आप उसकी दीवार में बिल्कुल सफ़ेद सफ़ेद कैल्सिफिकेशन जैसे आ गया है, अगर इस तरह के लक्षण अल्ट्रासाउंड के द्वारा अगर पता चलें तो ऐसे केस में गॉल ब्लैडर कैंसर होने की संभावना बहुत बढ़ जाती है। डॉक्टर साहब का बहुत बहुत धन्यवाद। और हम चाहेंगे कि आपकी यूज़फुल टिप्स, जो क्योंकि आप हमेशा जैसे अभी आपने थोड़े दिन हुए आईवीएम में ज्वाइन किए और आपने गॉल ब्लैडर के भी काफ़ी जो केसेस हैं सॉल्व कर दिए हैं, हम चाहेंगे कि आपकी जो यूज़फुल टिप्स हैं हम अपने दर्शकों के साथ शेयर करते रहे। आपका धन्यवाद। थैंक यू। आईवी हॉस्पिटल के MD डॉक्टर कंवल जी के नाल, जिन्होंने सारी जिंदगी अपने हॉस्पिटलों की चेन ਦੇ सेवा ਨੂੰ ਮੁੱਖ ਰੱਖਿਆ, और ये सेवा ਜਿਹੜੀ ਹੈਗੀ ਅੱਜ केवल पंजाब हिंदुस्तान 'ਚ नहीं बल्कि जिद्दां ਇਹਨਾਂ ਦਾ माइंड है कि एक दिन सारे वर्ल्ड ਦੇ ਵਿੱਚ आईवी ਦਾ ਨਾਮ ਜਿਹੜਾ ਹੈਗਾ ਉਹ ਹੋਏਗਾ। ਦੱਸੋ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। थैंक यू वेरी मच। ਤੁਸੀਂ ਮੈਨੂੰ ਅੱਜ ਆਪਣੇ ਸ਼ੋਅ ਵਿੱਚ ਬੁਲਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਡਾਕਟਰ ਕਵਲਦੀਪ ਹਾਂ, ਮੈਂ ਮੈਡੀਕਲ ਡਾਇਰੈਕਟਰ ਹਾਂ ਆਈਵੀ ਗਰੁੱਪ ਆਫ ਹਸਪੀਟਲਸ ਦੀ। ਸਾਡੇ ਪੰਜਾਬ ਸਟੇਟ ਦੇ ਵਿੱਚ 6 ਹਸਪਤਾਲ ਨੇ। ਪਹਿਲਾ ਹਸਪਤਾਲ ਸਾਡਾ ਮੋਹਾਲੀ ਵਿੱਚ ਸ਼ੁਰੂ ਹੋਇਆ, ਉਸ ਤੋਂ ਬਾਅਦ ਅਸੀਂ ਖੰਨਾ ਦੇ ਵਿੱਚ, ਨਵਾਂ ਸ਼ਹਿਰ ਦੇ ਵਿੱਚ, ਹੁਸ਼ਿਆਰਪੁਰ,
ਅੰਮ੍ਰਿਤਸਰ ਤੇ ਫਿਰ ਬਠਿੰਡਾ ਵਿੱਚ ਆਈਵੀ ਹਸਪੀਟਲ ਦੇ ਨਾਮ ਦੇ ਅੰਡਰ ਸੇਵਾਵਾਂ ਦੇ ਰਹੇ ਹਾਂ। ਸਾਡੇ ਹਰ ਹਸਪੀਟਲ ਦੇ ਵਿੱਚ ਸੁਪਰ ਸਪੈਸ਼ਲਿਟੀ ਹੈਲਥ ਕੇਅਰ ਪ੍ਰੋਵਾਈਡ ਕੀਤੀ ਜਾਂਦੀ ਹੈ, ਜਿਹਦਾ ਵਿੱਚ ਮੇਨ ਫੋਕਸ ਕਾਰਡੀਓਲੋਜੀ ਹਾਰਟ ਦੀਆਂ ਸੇਵਾਵਾਂ ਦੇ ਉੱਤੇ ਹੈਗਾ। ਹਰ ਹਸਪੀਟਲ ਦੇ ਵਿੱਚ ਐਂਜੀਓਪਲਾਸਟੀ, ਕਾਰਡਿਕ ਸਰਜਰੀ ਕੀਤੀ ਜਾਂਦੀ ਹੈ। ਹਰ ਹਸਪੀਟਲ ਦੇ ਵਿੱਚ ਟਰਾਮਾ ਟੀਮ ਹੈ, ਕ੍ਰਿਟੀਕਲ ਟੀਮ ਹੈ, ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਕ੍ਰਿਟੀਕਲ ਕੇਅਰ ਪੇਸ਼ੈਂਟ ਦਾ ਇਲਾਜ ਕਰਦੇ ਹਾਂ। ਆਈਸੀਯੂ ਦੇ ਵਿੱਚ ਸਾਡਾ ਮੇਨ ਫੋਕਸ ਹੈ ਕਿ ਜਦੋਂ ਅਸੀਂ ਹਸਪੀਟਲ ਬਣਾ ਰਹੇ ਸੀ ਤੇ ਅਸੀਂ ਇਹ ਦੇਖਿਆ ਕਿ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਕ੍ਰਿਟੀਕਲ ਕੇਅਰ ਬੈੱਡਸ ਹੈ, ਜਦੋਂ ਪੇਸ਼ੈਂਟ ਬਹੁਤ ਸਿਕ ਹੋ ਜਾਂਦਾ ਹੈ, ਉਹਦੇ ਲਈ ਉਸ ਪਰਟੀਕੂਲਰ ਸ਼ਹਿਰ ਦੇ ਵਿੱਚ ਜ਼ਿਆਦਾ ਸੇਵਾਵਾਂ ਨਹੀਂ ਹੈਗੀਆਂ। ਸੋ ਅਸੀਂ ਐਨਸਥੈਟਿਸਟ, ਇੰਟੈਂਸਿਵਿਸਟ ਰੱਖੇ ਹੋਏ ਨੇ, ਜਿਹੜੇ ਰਾਊਂਡ ਦੀ ਕਲੌਕ 24/7 ਇਹ ਸੇਵਾਵਾਂ ਕ੍ਰਿਟੀਕਲ ਕੇਅਰ ਦੇ ਵਿੱਚ ਦਿੰਦੇ ਨੇ। ਸੋ ਹਰ ਸੁਪਰ ਸਪੈਸ਼ਲਿਟੀ, ਨਿਊਰੋ ਸਰਜਰੀ, ਗੈਸਟਰੋ ਸਰਜਰੀ, ਕਾਰਡੀਅਕ ਸਰਜਰੀ, ਨੈਫਰੋਲੋਜੀ, ਯੂਰੋਲੋਜੀ, ਸੋ ਹਰ ਤਰ੍ਹਾਂ ਦੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਅਸੀਂ ਆਪਣੇ 6 ਦੇ 6 ਹਸਪਤਾਲਾਂ ਦੇ ਵਿੱਚ ਦੇ ਰਹੇ ਹਾਂ। ਸੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹ ਰਹੀ ਸੀ ਮੋਹਾਲੀ ਹਸਪੀਟਲ ਦੇ ਵਿੱਚ ਸਾਡੇ ਕੋਲ ਬਹੁਤ ਹੀ ਲੀਡਿੰਗ ਵਰਲਡ ਰਿਨਾਊਂਡ ਕਾਰਡੀਅਕ ਸਰਜਨ ਨੇ ਡਾਕਟਰ HS ਬੇਦੀ, ਜਿਨ੍ਹਾਂ ਦੀ ਮੈਂ ਤੁਹਾਨੂੰ ਇੰਟਰੋਡਕਸ਼ਨ ਦੇਣਾ ਚਾਹੁੰਦੀ ਸੀ। 30 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਹੈ ਜੀ। ਉਹ ਇੱਕ ਬਹੁਤ ਹੀ ਯੂਨੀਕ ਨਾਨ ਇਨਵੇਸਿਵ ਕਹਿ ਲਓ ਜਾਂ ਇੱਕ ਮਿਨੀਮਲ ਇਨਵੇਸਿਵ ਸਰਜਰੀ ਜਿਹੜੀਆਂ ਕਾਰਡੀਅਕ ਸਰਜਰੀਜ਼ ਉਹ ਕਰਦੇ ਨੇ। ਹੀ ਇਜ਼ ਵੈਰੀ ਰਿਨਾਊਂਡ ਐਂਡ ਐਨ ਐਕਸਪਰਟ ਇਨ ਹਿਸ ਫੀਲਡ। ਇੱਕ ਡਾਕਟਰ GR ਵਰਮਾ ਨੇ ਸਾਨੂੰ ਜੁਆਇਨ ਕੀਤਾ ਜੀ। ਉਹ PGI ਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਸੀਗੇ GI ਸਰਜਰੀ ਦੇ। ਸੋ ਜਿੰਨੀਆਂ ਹੀ ਹਿਪੈਟੋਬਿਲਰੀ ਜਾਂ GIT ਦੀਆਂ ਸਰਜਰੀਜ਼ ਨੇ ਉਹ ਸਾਰੀਆਂ ਸਰਜਰੀਜ਼ ਡਾਕਟਰ ਸਾਹਿਬ ਕਰਦੇ ਨੇ। ਉਹਨਾਂ ਦਾ 40 ਸਾਲ ਦਾ PGI ਦਾ ਐਕਸਪੀਰੀਅੰਸ ਹੈ। ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਹਸਪੀਟਲ ਨੂੰ ਚੂਜ਼ ਕਰਕੇ ਸਾਡੇ ਨਾਲ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ। ਜੋ ਉਹਨਾਂ ਦਾ ਰਿਚ ਐਕਸਪੀਰੀਅੰਸ ਹੈ, ਨਾ ਕਿ ਸਿਰਫ ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ, ਉਹਨਾਂ ਨੇ USA 'ਚ ਜਾ ਕੇ ਟ੍ਰੇਨਿੰਗਸ ਵੀ ਕੀਤੀਆਂ, ਕੰਮ ਵੀ ਕੀਤਾ, ਸਿੱਖਿਆ ਵੀ ਤੇ ਐਕਸਪੀਰੀਅੰਸ ਵੀ ਲਿੱਤਾ ਤੇ ਉਹਨਾਂ ਨੇ ਹੁਣ IV ਹਸਪੀਟਲ ਜੁਆਇਨ ਕੀਤਾ। ਸਾਨੂੰ ਬੜਾ ਮਾਣ ਹੈ ਕਿ ਡਾਕਟਰ ਸਾਹਿਬ ਸਾਡੇ ਨਾਲ ਜੁੜੇ ਨੇ ਤੇ ਮੈਨੂੰ ਹੁਣ ਉਮੀਦ ਹੈ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਇੰਟੈਸਟਾਈਨ ਦੀ ਜਾਂ ਲਿਵਰ ਦੀ ਜਾਂ ਪੈਨਕ੍ਰੀਆਸ ਦੀ, ਜਿਹੜੀ ਵੀ ਇਹਨਾਂ ਆਰਗਨਸ ਦੀ ਕ੍ਰਿਟੀਕਲ ਕੋਈ ਕੈਂਸਰ ਦੇ ਪੇਸ਼ੈਂਟਸ ਨੇ ਜਾਂ ਹਾਈ ਲੈਵਲ ਸਕਿਲਡ ਸਰਵਿਸਿਜ਼ ਰਿਕੁਆਇਰਡ ਨੇ, ਉਹ ਸਾਡੇ ਹਸਪੀਟਲ 'ਚ ਅਵੇਲੇਬਲ ਹੈਗੀਆਂ ਨੇ। ਬਾਕੀ ਸੇਵਾਵਾਂ ਜਿਹੜੀਆਂ ਅਸੀਂ ਦੇ ਰਹੇ ਹੈਗੇ ਹਾਂ ਮੋਹਾਲੀ ਦੇ ਵਿੱਚ ਵੀ ਔਰ ਬਾਕੀ ਹਸਪਤਾਲਾਂ ਦੇ ਵਿੱਚ ਵੀ। ਡਾਇਲਿਸਿਸ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਹੁੰਦੇ ਨੇ, ਟਰੀਟ ਕਰਕੇ ਜਾਂਦੇ ਨੇ। ਕਿਡਨੀ ਟ੍ਰਾਂਸਪਲਾਂਟ ਦਾ ਪੇਸ਼ੈਂਟ ਜਿਹੜਾ ਹੈਗਾ ਸਾਡਾ ਬਹੁਤ ਅੱਛੇ ਰਿਜ਼ਲਟਸ ਹੈਗੇ ਨੇ। IVF ਜਿਹੜੇ ਇਨਫਰਟਾਈਲ ਕਪਲਸ ਦੇ, ਉਹਨਾਂ ਦਾ ਵੀ ਅਸੀਂ ਇਲਾਜ IV ਮੋਹਾਲੀ ਵਿੱਚ ਕਰ ਰਹੇ ਹਾਂ। ਸੋ ਇਸ ਔਖੇ ਟਾਈਮ ਦੇ ਵਿੱਚ ਮੈਂ ਇੱਕ ਅਪੀਲ ਕਰਨਾ ਚਾਹੁੰਦੀ ਹਾਂ ਸਾਰਿਆਂ ਨੂੰ। ਕੋਵਿਡ ਜਿਹੜਾ ਇਹ ਵਕਤ ਹੈਗਾ, ਇਹ ਸਾਰੀ ਦੁਨੀਆ ਦੇ ਲਈ ਔਖਾ ਵਕਤ ਹੈਗਾ, ਪਰ ਮੈਂ ਸ਼ੋਰ ਹਾਂ ਇਸ ਗੱਲ ਦੀ ਕਿ ਜਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਅਸੀਂ ਪੰਜਾਬ 'ਚ ਕ੍ਰੀਏਟ ਕੀਤਾ ਹੋਇਆ ਹੈ, ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਪੂਰੀਆਂ ਇਹ ਸੇਵਾਵਾਂ ਇਸ ਫੀਲਡ ਵਿੱਚ ਵੀ ਦੇਵਾਂਗੇ। ਮੇਰੀ ਇੱਕ ਰਿਕੁਐਸਟ ਹੈ ਪੂਰੀ ਪਬਲਿਕ ਨੂੰ ਕਿ ਸੋਸ਼ਲ ਡਿਸਟੈਂਸਿੰਗ ਨੂੰ ਰਿਸਪੈਕਟ ਕੀਤਾ ਜਾਏ। ਹੈਂਡ ਵਾਸ਼ ਐਂਡ ਸੋਸ਼ਲ ਡਿਸਟੈਂਸਿੰਗ, ਇਹ ਦੋ ਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਸਾਰਿਆਂ ਨੂੰ ਇਸ ਤੋਂ ਬਚਾ ਕੇ ਰੱਖਣਗੀਆਂ। ਸੋ ਮੈਂ ਸਾਰਿਆਂ ਲਈ ਪ੍ਰੇ ਕਰਦੀ ਹਾਂ ਕਿ ਸਾਰੇ ਇਸ ਵਕਤ ਵਿੱਚ ਠੀਕ ਰਹਿਣ ਤੇ ਵਾਹਿਗੁਰੂ ਕਰੇ ਕਿ ਇਹ ਵਕਤ, ਔਖਾ ਵਕਤ ਖਤਮ ਹੋ ਜਾਏ ਔਰ ਸਾਰੇ ਆਪਾਂ ਨਰੋਏ ਹੋ ਕੇ ਫਿਰ ਤੋਂ ਆਪਣੀ ਲਾਈਫ ਨੂੰ ਨਾਰਮਲ ਢੰਗ